इस वीडियो राਹੀਂ ਅਸੀਂ ਪਾਠ ਨੰਬਰ 4 ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀਆਂ ਬਾਰੇ ਜੋ ਅੱਜ ਦਾ ਕੰਮ ਆਇਆ ਹੈ ਅਸੀਂ ਉਹ ਕਰਾਂਗੇ। ਕੁਦਰਤੀ ਬਨਸਪਤੀ ਵਿੱਚ ਉਹ ਸਾਰੇ ਦਰਖਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ। ਭਾਵ ਉਹਨਾਂ ਉੱਤੇ ਮਨੁੱਖ ਦਾ ਕੋਈ ਕੰਟਰੋਲ ਨਹੀਂ ਹੁੰਦਾ। ਜਿੱਥੇ ਕੋਈ ਝਾੜੀ, ਜਿੱਥੇ ਕੋਈ ਦਰਖਤ ਆਪਣੇ ਆਪ ਉੱਗ ਜਾਂਦਾ, ਉਸ ਨੂੰ ਸਾਰੇ ਨੂੰ ਅਸੀਂ ਕੁਦਰਤੀ ਬਨਸਪਤੀ ਆਖਦੇ ਹਾਂ। ਬਨਸਪਤੀ ਜਾਤੀ ਵਿੱਚ ਕਿਸੇ ਖਾਸ ਸਮੇਂ 'ਤੇ ਕਿਸੇ ਖਾਸ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ ਆ ਜਾਂਦੇ ਹਨ। ਬਨਸਪਤੀ ਜਾਤੀ ਵਿੱਚ ਕਿਸੇ ਖਾਸ ਸਮੇਂ 'ਤੇ ਕਿਸੇ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ ਭਾਵ ਪੌਦਿਆਂ ਦੇ ਵੱਖ-ਵੱਖ ਵਰਗ ਆ ਜਾਂਦੇ ਨੇ ਕਿ ਕਿਸੇ ਖਾਸ ਸਮੇਂ 'ਤੇ। ਹਰੇਕ ਪੌਦੇ ਦੀਆਂ ਆਪਣੀਆਂ ਆਪਣੀਆਂ ਕਿਸਮਾਂ ਹੁੰਦੀਆਂ ਨੇ। ਜਿਵੇਂ ਨਿੰਮ, ਉਸ ਦੀ ਆਪਣੀਆਂ ਕਿਸਮਾਂ ਨੇ। ਟਾਹਲੀ, ਉਸ ਦੀ ਆਪਣੀ ਕਿਸਮ ਹੈ। ਅੰਬ, ਉਸ ਦੀ ਆਪਣੀ ਕਿਸਮ ਹੈ। ਅਤੇ ਹਰੇਕ ਪੌਦੇ ਦਾ ਜੋ ਉੱਗਣ ਦਾ ਸਮਾਂ ਹੁੰਦਾ ਉਹ ਵੀ ਵੱਖਰਾ ਵੱਖਰਾ ਹੁੰਦਾ। ਜਿਵੇਂ ਗਰਮੀ ਦੇ ਮਹੀਨੇ ਅਸੀਂ ਅੰਬ ਖਾਂਦੇ ਹਾਂ ਅਤੇ ਸਰਦੀ ਦੇ ਮਹੀਨੇ ਅੰਬਾਂ ਦੀ ਫਸਲ ਨਹੀਂ ਹੁੰਦੀ। ਸਰਦੀ ਦੇ ਮਹੀਨੇ ਵਿੱਚ ਜਾ ਕੇ ਅਸੀਂ ਸੇਬ ਖਾਂਦੇ ਹਾਂ। ਤਾਂ ਵੱਖ ਵੱਖ ਸਮੇਂ 'ਤੇ ਇਹਨਾਂ ਦਾ ਫਲ ਦੇਣ ਦਾ ਸਮਾਂ ਵੱਖਰਾ ਵੱਖਰਾ ਹੁੰਦਾ ਅਤੇ ਇਹਨਾਂ ਦੇ ਉੱਗਣ ਦਾ ਸਮਾਂ ਵੀ ਵੱਖਰਾ ਵੱਖਰਾ ਹੁੰਦਾ। ਅਤੇ ਇਹਨਾਂ ਪੌਦਿਆਂ ਦੇ ਉੱਗਣ ਦਾ ਜੋ ਸਥਾਨ ਹੁੰਦਾ ਹੈ ਉਹ ਵੀ ਵੱਖਰਾ ਵੱਖਰਾ ਹੁੰਦਾ ਹੈ। ਕੁਝ ਪੌਦੇ ਹੁਣ ਠੰਡੇ ਇਲਾਕੇ ਵਿੱਚ ਪੈਦਾ ਹੁੰਦੇ ਨੇ ਅਤੇ ਕੁਝ ਗਰਮ, ਅਤੇ ਕੁਝ ਜਿੱਥੇ ਜ਼ਿਆਦਾ ਮੀਂਹ ਪੈਂਦਾ ਹੈ ਉੱਥੇ ਪੈਦਾ ਹੁੰਦੇ ਨੇ। ਹਰ ਇੱਕ ਪੌਦੇ ਦੀ ਆਪਣੀ ਆਪਣੀ ਕਿਸਮ ਹੁੰਦੀ ਹੈ। ਕਿਸੇ ਖਾਸ ਵਾਤਾਵਰਨ ਵਿੱਚ ਕਿਸੇ ਖਾਸ ਥਾਂ 'ਤੇ ਪੈਦਾ ਹੋਣ ਵਾਲੇ ਪੌਦਿਆਂ, ਝਾੜੀਆਂ ਅਤੇ ਘਾਹ ਆਦਿ ਨੂੰ ਬਨਸਪਤੀ ਕਿਹਾ ਜਾਂਦਾ ਹੈ। ਜਦੋਂ ਕਿ ਸੰਘਣੇ ਅਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਅਤੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ ਜੰਗਲ ਅਖਵਾਉਂਦੇ ਹਨ। ਕਿਸੇ ਖਾਸ ਵਾਤਾਵਰਨ, ਕਿਸੇ ਥਾਂ 'ਤੇ ਪੈਦਾ ਹੋਣ ਵਾਲੇ ਪੌਦੇ, ਝਾੜੀਆਂ ਨੂੰ ਅਸੀਂ ਬਨਸਪਤੀ ਆਖਦੇ ਹਾਂ। ਜਦੋਂ ਪੌਦੇ ਕੋਲ ਕੋਲ ਹੀ ਭਾਵ ਬਹੁਤ ਹੀ ਉਹਨਾਂ ਦੇ ਵਿਚਕਾਰ ਥਾਂ ਬਿਰਲਾ ਘੱਟ ਹੋਵੇ, ਸੰਘਣੇ ਅਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਦੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ ਜੰਗਲ ਅਖਵਾਉਂਦੇ ਹਨ। ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਜਾਤੀ ਸਥਾਨਕ ਨਹੀਂ ਹੈ। ਭਾਵ ਸਾਡੇ ਦੇਸ਼ ਦੇ ਵਿੱਚ ਬਨਸਪਤੀ ਮਿਲਦੀ ਹੈ ਉਹ ਸਾਡੇ ਭਾਰਤ ਦੀ ਨਹੀਂ ਹੈ, ਸਥਾਨਕ ਨਹੀਂ ਹੈ। ਸਗੋਂ ਇਸ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ, ਜਿਨ੍ਹਾਂ ਨੂੰ ਬੋਰੀਅਲ ਅਤੇ ਪੈਲੀਓ ਉਸ਼ਨਖੰਡੀ ਜਾਤੀਆਂ ਕਿਹਾ ਜਾਂਦਾ ਹੈ। ਸਾਡੇ ਭਾਰਤ ਦੇ ਵਿੱਚ ਜਿਹੜੀਆਂ ਬਨਸਪਤੀ ਦੀਆਂ ਜਾਤੀਆਂ ਹਨ, ਬਨਸਪਤੀ ਦੀਆਂ ਕਿਸਮਾਂ ਹਨ, ਤਾਂ ਉਹਨਾਂ ਦੇ ਵਿੱਚੋਂ 40% ਵਿਦੇਸ਼ੀ ਹਨ, ਜਿਨ੍ਹਾਂ ਨੂੰ ਬੋਰੀਅਲ ਅਤੇ ਪੈਲੀਓ ਉਸ਼ਨਖੰਡੀ ਜਾਤੀਆਂ ਕਿਹਾ ਜਾਂਦਾ ਹੈ। ਪ੍ਰਾਇਦੀਪੀ ਪਠਾਰ ਅਤੇ ਇਸ ਦੀਆਂ ਪਹਾੜੀਆਂ 'ਤੇ ਦੇਸ਼ ਦਾ ਕੁੱਲ 57% ਹਿੱਸਾ ਜੰਗਲਾਂ ਹੇਠ ਹੈ। ਪ੍ਰਾਇਦੀਪੀ ਕਿਹੜਾ ਗਾ, ਜੋ ਇਹ ਨਿਚਲਾ ਤਿਕੋਣਾ ਭੂ ਭਾਗ ਹੈ, ਇਸ ਨੂੰ ਅਸੀਂ ਪ੍ਰਾਇਦੀਪੀ ਕਹਿੰਦੇ ਹਾਂ। ਇੱਧਰ ਬੰਗਾਲ ਦੀ ਖਾੜੀ ਹੈ, ਬੇ ਆਫ ਬੰਗਾਲ, ਪੱਛਮ ਵਾਲੇ ਪਾਸੇ ਅਰਬ ਸਾਗਰ, ਅਰੇਬੀਅਨ ਸੀ, ਦੱਖਣ ਵਾਲੇ ਪਾਸੇ ਹਿੰਦ ਮਹਾਸਾਗਰ, ਇੰਡੀਅਨ ਓਸ਼ਨ, 3 ਪਾਸਿਆਂ ਤੋਂ ਪਾਣੀ ਨੇ ਘੇਰਿਆ ਹੋਇਆ ਹੈ। ਅਤੇ ਪ੍ਰਾਇਦੀਪੀ ਪਠਾਰ ਅਤੇ ਇਸ ਦੀਆਂ ਪਹਾੜੀਆਂ 'ਤੇ ਦੇਸ਼ ਦਾ ਕੁੱਲ 57% ਹਿੱਸਾ ਜੰਗਲਾਂ ਹੇਠ ਹੈ। ਸਭ ਤੋਂ ਜ਼ਿਆਦਾ ਹੈ ਪ੍ਰਾਇਦੀਪੀ ਪਠਾਰ ਅਤੇ ਇਸ ਦੀਆਂ ਪਹਾੜੀਆਂ। ਇਸ ਤੋਂ ਬਾਅਦ 18% ਹਿਮਾਲਿਆ ਖੇਤਰ, ਜੋ ਹਿਮਾਲਿਆ ਦਾ ਖੇਤਰ ਹੈ ਉੱਥੇ 18% ਹੈ। 10% ਪੱਛਮੀ ਘਾਟ ਅਤੇ ਤਟਵਰਤੀ ਖੇਤਰ।
10% ਪੱਛਮੀ ਘਾਟ ਕਿਹੜਾ ਗਾ, ਇੱਧਰਲਾ ਖੇਤਰ ਹੈਗਾ ਪੱਛਮੀ ਘਾਟ। 10% ਪੱਛਮੀ ਘਾਟ ਅਤੇ ਤਟਵਰਤੀ ਖੇਤਰ ਅਤੇ 10% ਪੂਰਬੀ ਘਾਟ, ਪੂਰਬ ਵਾਲੇ ਪਾਸੇ ਪੂਰਬੀ ਘਾਟ ਅਤੇ ਤਟਵਰਤੀ ਖੇਤਰ ਵਿੱਚ ਮਿਲਦਾ ਹੈ। ਦੇਸ਼ ਦੇ ਕੁੱਲ ਵਣ ਖੇਤਰ ਦਾ ਸਭ ਤੋਂ ਘੱਟ ਹਿੱਸਾ ਕੇਵਲ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਮਿਲਦਾ ਹੈ। ਜੋ ਸਭ ਤੋਂ ਘੱਟ ਮਿਲਦਾ ਹੈ ਉਹ ਮਿਲਦਾ ਹੈ ਉੱਤਰੀ ਵਿਸ਼ਾਲ ਮੈਦਾਨ, ਜਿਨ੍ਹਾਂ ਦੇ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਪੰਜਾਬ ਇਹ ਆ ਜਾਂਦੇ ਨੇ। ਕਿਉਂਕਿ ਇੱਥੇ ਜੋ ਭੂਮੀ ਹੈ ਉਹ ਜ਼ਿਆਦਾ ਉਪਜਾਊ ਹੈ, ਤਾਂ ਕਿਸਾਨਾਂ ਨੇ ਜੋ ਬਨਸਪਤੀ ਸੀ, ਜੋ ਜੰਗਲ ਸਨ, ਉਹਨਾਂ ਨੂੰ ਕੱਟ ਕੇ ਸਾਰੀ ਭੂਮੀ ਨੂੰ ਵਾਹੀਯੋਗ ਬਣਾ ਲਿਆ ਹੈ। ਤਾਂ ਕਰਕੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਵਿੱਚ ਬਨਸਪਤੀ ਜੋ ਜੰਗਲ ਨੇ ਸਭ ਤੋਂ ਘੱਟ ਹਨ, ਜੋ ਕਿ ਲਗਭਗ 5% ਬਣਦੇ ਹਨ। ਅੱਗੇ ਕੁਐਸਚਨ ਆਨਸਰ ਆ ਗਏ ਇਸ ਦੇ। ਵਨੀਤ ਆਪਣੇ ਪਰਿਵਾਰ ਸਮੇਤ ਦੇਹਰਾਦੂਨ ਘੁੰਮਣ ਗਿਆ, ਜਿੱਥੇ ਉਸਨੇ ਇੱਕ ਇਲਾਕੇ ਵਿੱਚ ਬਹੁਤ ਸਾਰੇ ਦਰੱਖਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਦੇਖਿਆ। ਇਲਾਕੇ ਦੇ ਆਸ-ਪਾਸ ਲੋਕਾਂ ਦੀ ਰਿਹਾਇਸ਼ ਵੀ ਨਹੀਂ ਸੀ। ਤੁਹਾਡੇ ਅਨੁਸਾਰ ਇਸ ਨੂੰ ਕੀ ਕਿਹਾ ਜਾ ਸਕਦਾ ਹੈ? ਵਨੀਤ ਆਪਣੇ ਪਰਿਵਾਰ ਸਮੇਤ ਘੁੰਮਣ ਗਿਆ, ਤਾਂ ਆਲੇ ਦੁਆਲੇ ਕੋਈ ਜ਼ਿਆਦਾ ਆਬਾਦੀ ਵੀ ਨਹੀਂ ਸੀ, ਤਾਂ ਅਸੀਂ ਇਸ ਨੂੰ ਕੀ ਕਹਾਂਗੇ? ਅਸੀਂ ਇਸ ਨੂੰ ਕਹਾਂਗੇ ਕੁਦਰਤੀ ਬਨਸਪਤੀ। ਕੀ ਕਹਾਂਗੇ? ਕੁਦਰਤੀ ਬਨਸਪਤੀ। ਇਹ ਕੀ ਹੈ? ਕੁਦਰਤੀ ਬਨਸਪਤੀ। ਅਸੀਂ ਉੱਪਰ ਪੜ੍ਹਿਆ ਕੁਦਰਤੀ ਬਨਸਪਤੀ ਵਿੱਚ ਉਹ ਸਾਰੇ ਦਰੱਖਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ। ਤਾਂ ਉੱਥੇ ਵੀ ਕੋਈ ਮਨੁੱਖੀ ਦਖਲ ਅੰਦਾਜ਼ੀ ਨਹੀਂ ਹੈ। ਕੰਡੇਦਾਰ ਝਾੜੀਆਂ ਨੇ, ਦਰੱਖਤ ਨੇ, ਪੌਦੇ ਨੇ, ਘਾਹ ਨੇ, ਅਤੇ ਉਹਨੂੰ ਅਸੀਂ ਕਹਾਂਗੇ ਕੁਦਰਤੀ ਬਨਸਪਤੀ। ਕੁਦਰਤੀ ਬਨਸਪਤੀ ਕਹਾਂਗੇ, ਕੁਦਰਤੀ ਬਨਸਪਤੀ। ਅਗਲਾ ਕੁਐਸਚਨ, ਦਿਲਦਾਰ ਸੁਲਤਾਨਪੁਰ ਲੋਧੀ ਦੇ ਨੇੜੇ ਮੈਰੀਪੁਰ ਪਿੰਡ ਵਿੱਚ ਰਹਿੰਦਾ ਹੈ। ਉਸ ਦਾ ਪਿੰਡ ਕਾਲੀ ਬੇਈ ਦੇ ਕੰਢੇ ਸਥਿਤ ਹੈ। ਇੱਕ ਦਿਨ ਇੱਕ ਮਹਾਂਪੁਰਖ ਉਹਨਾਂ ਦੇ ਪਿੰਡ ਕੁਝ ਸੇਵਕਾਂ ਦੇ ਨਾਲ ਆਏ ਅਤੇ ਬੇਈ ਵਿੱਚੋਂ ਇੱਕ ਹਰੇ ਰੰਗ ਦੇ ਗੁਲਾਬੀ ਫੁੱਲਾਂ ਵਾਲੇ ਛੋਟੇ ਛੋਟੇ ਪੌਦਿਆਂ ਨੂੰ ਪਾਣੀ ਵਿੱਚੋਂ ਕੱਢਣ ਲੱਗੇ। ਇਹਨਾਂ ਨੂੰ ਤੁਹਾਨੂੰ ਪਤਾ ਇਹ ਪੌਦੇ ਕੀ ਹਨ? ਜਿਹੜੇ ਇਹ ਪੌਦੇ ਨੇ ਇਹ ਕੀ ਨੇਗੇ? ਇਹ ਨਦੀ ਦੇ ਵਿੱਚੋਂ ਕੱਢਣ ਲੱਗੇ, ਪੀਲੇ ਪੀਲੇ ਪੱਤਿਆਂ ਵਾਲੇ, ਹਰੇ ਰੰਗ ਦੇ ਗੁਲਾਬੀ ਫੁੱਲਾਂ ਵਾਲੇ, ਤਾਂ ਇਹਨੂੰ ਅਸੀਂ ਕੀ ਕਹਾਂਗੇ? ਇਹ ਕੁਦਰਤੀ ਬਨਸਪਤੀ ਹੈ, ਬੋਰੀਅਲ ਹੈ, ਫਲੋਰਾ ਹੈ, ਜਾਂ ਉਕਤ ਸਾਰੇ? ਇਹ ਹੈ ਬੋਰੀਅਲ। ਬੋਰੀਅਲ ਬੋਰੀਅਲ ਹੈ। ਬੋਰੀਅਲ ਇਹ ਜੋ ਗੁਲਾਬੀ ਫੁੱਲਾਂ ਵਾਲੇ ਹਰੇ ਰੰਗ ਦੇ ਛੋਟੇ ਛੋਟੇ ਪੌਦੇ ਨੇ, ਇਹ ਵਿਦੇਸ਼ੀ ਜਾਤੀ ਦੇ ਹਨ, ਅਤੇ ਵਿਦੇਸ਼ੀ ਜਾਤੀ ਨੂੰ ਅਸੀਂ ਬੋਰੀਅਲ ਅਤੇ ਪੈਲੀਓਸਮ ਕਹਿੰਦੇ ਹਾਂ। ਤਾਂ ਇਹ ਕੀ ਨੇ? ਬੋਰੀਅਲ ਨੇ, ਬੋਰੀਅਲ। ਸੁਨੀਲ ਕੁਮਾਰ ਆਪਣਾ ਪਿੰਡ ਛੱਡ ਕੇ ਬਿਹਾਰ ਵਿੱਚ ਪਟਨਾ ਵਿੱਚ ਜਾ ਕੇ ਰਿਹਾਇਸ਼ ਕਰ ਲੈਂਦਾ ਹੈ। ਇਸ ਤਰ੍ਹਾਂ ਦੇ ਧਰਾਤਲ ਬਾਰੇ ਖੇਤਰ ਵਿੱਚ ਭਾਰਤ ਦਾ ਕੁੱਲ ਕਿੰਨੇ ਪ੍ਰਤੀਸ਼ਤ ਜੰਗਲ ਖੇਤਰ ਮਿਲਦਾ ਹੈ? ਆਪਣਾ ਪਿੰਡ ਛੱਡ ਕੇ ਬਿਹਾਰ ਵਿੱਚ ਪਟਨਾ। ਅਸੀਂ ਪੜ੍ਹਿਆ ਕਿ ਉੱਤਰੀ ਮੈਦਾਨ ਜੋ ਬਿਹਾਰ ਹੈ ਉਹ ਉੱਤਰੀ ਮੈਦਾਨ ਵਿੱਚ ਆ ਜਾਂਦਾ ਹੈ, ਤਾਂ ਉੱਥੇ 5% ਪਾਇਆ ਜਾਂਦਾ ਹੈ। 5%। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤੀਸ਼ਤ ਬਨਸਪਤੀ ਸਥਾਨਕ ਹੈ? ਸਾਡੇ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਬਨਸਪਤੀ ਸਥਾਨਕ ਹੈ? 60%। ਕਿਉਂਕਿ ਅਸੀਂ ਉੱਪਰ ਪੜ੍ਹਿਆ ਕਿ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ।
ਜੇ 40% ਵਿਦੇਸ਼ੀ ਨੇ ਤਾਂ 60% ਕਿਹੜੇ ਹੋਣਗੇ ਤਾਂ 60% ਸਥਾਨਕ ਹੋਣਗੇ। 40% ਵਿਦੇਸ਼ੀ ਹਨ ਤਾਂ ਪਿੱਛੇ ਬਚ ਗਏ 60, ਤਾਂ 60% ਸਾਡੇ ਆਪਣੇ ਸਥਾਨਕ ਹਨ। ਇਸ ਦਾ ਆਨਸਰ ਆਵੇਗਾ 60 ਇਸ ਦਾ 5। ਪ੍ਰਾਇਦੀਪੀ ਪਠਾਰ ਖੇਤਰ ਵਿੱਚ ਕਿੰਨੇ ਪ੍ਰਤੀਸ਼ਤ ਵਣ ਪਾਏ ਜਾਂਦੇ ਹਨ? ਪ੍ਰਾਇਦੀਪੀ ਪਠਾਰ ਵਿੱਚ 57% ਪਾਏ ਜਾਂਦੇ, 57%। ਸਹੀ ਜਾਂ ਗਲਤ? ਕੁਦਰਤੀ ਬਨਸਪਤੀ ਵਿੱਚ ਉਹ ਸਾਰੇ ਦਰੱਖਤ, ਕੰਡੇਦਾਰ ਝਾੜੀਆਂ, ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉੱਗਦੇ ਹਨ, ਕੁਦਰਤੀ ਬਨਸਪਤੀ ਅਖਵਾਉਂਦੇ ਹਨ। ਬਿਲਕੁਲ ਸਹੀ ਹੈ। ਸੰਘਣੇ ਅਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਪੌਦੇ, ਝਾੜੀਆਂ ਅਤੇ ਘਾਹ ਨਾਲ ਘਿਰੇ ਹੋਏ ਵੱਡੇ ਖੇਤਰ ਜੰਗਲ ਅਖਵਾਉਂਦੇ ਹਨ। ਇਹ ਵੀ ਬਿਲਕੁਲ ਸਹੀ ਹੈ। ਦੇਸ਼ ਦੇ ਕੁੱਲ ਵਣ ਖੇਤਰ ਦਾ ਸਭ ਤੋਂ ਵੱਧ ਹਿੱਸਾ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਮਿਲਦਾ ਹੈ, ਸਭ ਤੋਂ ਘੱਟ ਮਿਲਦਾ ਇੱਥੇ, ਇਸ ਲਈ ਇਹ ਗਲਤ ਹੈ। ਸਭ ਤੋਂ ਵੱਧ ਤਾਂ ਪ੍ਰਾਇਦੀਪੀ ਪਠਾਰ ਵਿੱਚ, ਪ੍ਰਾਇਦੀਪੀ ਖੇਤਰ ਵਿੱਚ ਮਿਲਦਾ ਹੈ, ਪ੍ਰਾਇਦੀਪੀ ਖੇਤਰ ਵਿੱਚ ਮਿਲਦਾ ਹੈ, ਜੋ ਕਿ 57% ਹੈ, 57% ਹੈ। ਇਸ ਤਰ੍ਹਾਂ ਅਸੀਂ ਇਹ ਸਲਾਈਡ ਇੰਗਲਿਸ਼ ਮੀਡੀਅਮ 'ਚ ਕੀਤੀ ਅਤੇ ਹੇਠਾਂ ਅਸੀਂ ਪੰਜਾਬੀ 'ਚ ਕੀਤੀ ਹੈ, ਹੇਠਾਂ ਅਸੀਂ ਇੰਗਲਿਸ਼ 'ਚ ਕਰਾਂਗੇ। ਤਾਂ ਪਹਿਲਾ ਕੁਐਸਚਨ, Beneath travelled with his family to Dehradun, where he saw many trees, thorny bushes, plants and grass in one area. There were no houses around the area. What do you think it can be called? ਉਸ ਨੂੰ ਅਸੀਂ ਕੀ ਕਹਾਂਗੇ? ਨੈਚੁਰਲ ਵੈਜੀਟੇਸ਼ਨ, ਨੈਚੁਰਲ ਵੈਜੀਟੇਸ਼ਨ ਅਸੀਂ ਉਸ ਨੂੰ ਕਹਾਂਗੇ, ਨੈਚੁਰਲ ਵੈਜੀਟੇਸ਼ਨ ਅਸੀਂ ਉਸ ਨੂੰ ਕਹਾਂਗੇ। Next question, Dildar lives in a village near Sultanpur Lodi. His village is situated on the bank of Kali Way. One day a great man came to his village with some disciples and started pulling out a small plant with green pink flowers from the earth. Do you know what these plants are called? Boreal. Boreal ਕਿਹਾ ਜਾਂਦਾ ਉਹਨਾਂ ਨੂੰ। Sunil Kumar leaves his village and moves to Patna in Bihar. What percent of India's total forest area is found such? 5%. Northern plains ਦੇ ਏਰੀਆ ਉੱਥੇ 5% ਪਾਇਆ ਜਾਂਦਾ ਹੈ। What is the percentage of local vegetation in our country? 60%. 60%. What percentage of forests are found in peninsular plateau region? 57%. 57%। ਸਭ ਤੋਂ ਜ਼ਿਆਦਾ ਹੈ ਪੈਨਸੂਲਰ ਪਲੇਟਿਓ ਰੀਜਨ ਵਿੱਚ ਅਤੇ ਸਭ ਤੋਂ ਘੱਟ ਹੈ ਨਾਰਥਰਨ ਪਲੇਨਸ ਦੇ ਵਿੱਚ, ਸਭ ਤੋਂ ਘੱਟ ਹੈ। 10% in Western Ghat and coastal areas and 10% in Eastern Ghat and coastal areas. The smallest part of total forest area of country is found in only 5% on the northern vast plains. ਸਭ ਤੋਂ ਘੱਟ ਮਿਲਦਾ ਗਾ ਉੱਤਰੀ ਦੇ ਵਿਸ਼ਾਲ ਮੈਦਾਨਾਂ ਵਿੱਚ, 10% ਪਾਇਆ ਜਾਂਦਾ ਗਾ ਪੱਛਮੀ ਘਾਟ ਅਤੇ ਤਟਵਰਤੀ ਖੇਤਰਾਂ ਵਿੱਚ, 10% ਹੀ ਪਾਇਆ ਜਾਂਦਾ ਗਾ ਪੂਰਬੀ ਘਾਟ ਅਤੇ ਤਟਵਰਤੀ ਖੇਤਰਾਂ ਦੇ ਵਿੱਚ, 40% 40% of it belongs to foreign species called boreal and paleotropical species. 40% ਵਿਦੇਸ਼ੀ ਹੈ ਅਤੇ ਜੋ ਬਾਕੀ ਬਚ ਜਾਂਦਾ ਉਹ ਬਚ ਜਾਂਦਾ ਗਾ 60%। ਤਾਂ 60% ਲੋਕਲ ਹੈ ਅਤੇ 40% ਫੋਰੀਅਨ। What percentage of forests are found in peninsular plateau region? 57%.
True, false. In natural vegetation, all those trees, thorny bushes, plants, and grasses that grow without human intervention are called natural vegetation. True. Dense and adjacent plants, bushes, and large area surrounded by grass are called forest. True. ਜੋ ਬਿਲਕੁਲ ਨੇੜੇ ਨੇੜੇ ਦਰਖਤ ਹੁੰਦੇ ਨੇ ਅਤੇ ਉਹਨਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹੁੰਦਾ, ਮਨੁੱਖੀ ਪਹੁੰਚ ਤੋਂ ਦੂਰ ਹੁੰਦੇ ਨੇ, ਉਹਨਾਂ ਨੂੰ ਅਸੀਂ ਜੰਗਲ ਕਹਿੰਦੇ ਹਾਂ। The largest part of the total forest area of the country is found in the vast northern plains. False. Northern plains ਵਿੱਚ ਸਭ ਤੋਂ ਘੱਟ ਪਾਇਆ ਜਾਂਦਾ, ਸਭ ਤੋਂ ਘੱਟ ਅਤੇ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਗਾ ਪੈਨਿਸੂਲਰ ਰੀਜਨ ਦੇ ਵਿੱਚ, ਪ੍ਰਾਇਦੀਪੀ ਖੇਤਰ ਦੇ ਵਿੱਚ ਪਾਇਆ ਜਾਂਦਾ 57%, ਉੱਤਰ ਦੇ ਵਿਸ਼ਾਲ ਮੈਦਾਨਾਂ ਵਿੱਚ ਪਾਇਆ ਜਾਂਦਾ ਗਾ 5%, ਇਸ ਲਈ ਇਹ ਫਾਲਸ ਹੈ। ਇਸ ਤਰ੍ਹਾਂ ਅਸੀਂ ਨੇ ਅੱਜ ਵਾਲੀ ਸਲਾਈਡ ਦਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤਾ ਹੈ। ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਵੀਡੀਓ ਅੱਗੇ ਭੇਜੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਧੰਨਵਾਦ।